ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਪਹਿਲਾ ਉਪਦੇਸ਼ ਦਿੱਤਾ, ਉਹ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਕਿਰਤ ਧਰਮ ਦੀ ਕਰਨੀ ਹੈ। ਕਿਉਂਕਿ ਮਨੁੱਖ ਦਾ ਜੋ ਜੀਵਨ ਹੈ ਉਹ ਕਿਰਤ ਦੇ ਉੱਪਰ ਹੀ ਖੜਿਆ ਹੋਇਆ ਹੈ। ਜੇਕਰ ਅੱਜ ਅਸੀਂ ਪਰਮੇਸ਼ਰ ਤੋਂ ਵਿਛੜੇ ਵੀ ਹੋਏ ਆ ਨਾ, ਤੇ ਅਸੀਂ ਆਪਣੇ ਕੀਤੇ ਹੋਏ ਕੰਮਾਂ ਕਰਕੇ ਵਿਛੜੇ ਹੋਏ ਹਾਂ। ਕਿਉਂਕਿ ਬਾਣੀ ਦਾ ਫੁਰਮਾਨ ਹੈ, ਕਿਰਤ ਕਰਮ ਕੇ ਵਿਛੁੜੇ। ਕਿਉਂਕਿ ਆਪਣੇ ਕੰਮ ਕਿਹੜੇ ਨੇ ਜਿਸ ਕਰਕੇ ਇਹ ਸਾਨੂੰ ਸਰੀਰ ਮਿਲਿਆ? ਇਹ ਅੱਖਾਂ ਦਾ ਕੰਮ ਸੀ ਕਿ ਇਹ ਨੇਤਰੋ ਮੇਰੇ ਹੋ, ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਨੇਤਰਾਂ ਦਾ ਇਹ ਕੰਮ ਸੀ ਕਿ ਤੁਸੀਂ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੀ ਜੋਤ ਨੂੰ ਵੇਖਣਾ ਹੈ। ਪਰ ਨੇਤਰਾਂ ਨੇ ਇਹ ਕਰਮ ਨਹੀਂ ਕੀਤਾ, ਜਿਸ ਕਰਕੇ ਅਸੀਂ ਇਹ ਕੀਤੇ ਹੋਏ ਕੰਮਾਂ ਕਰਕੇ ਪਰਮੇਸ਼ਰ ਤੋਂ ਵਿਛੜ ਗਏ। ਮਹਾਰਾਜ ਜੀ ਨੇ ਰਸਨਾ ਨੂੰ ਕਿਹਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਕਿ ਇਹ ਰਸਨਾ ਤੇਰਾ ਕੰਮ ਹੈ ਕਿ ਤੂੰ ਗੁਰੂ ਦੀ ਸਿਫਤ ਸਲਾਹ ਕਰ, ਗੁਰੂ ਦੀ ਬਾਣੀ ਨੂੰ ਪੜ੍ਹ। ਪਰ ਇਹ ਰਸਨਾ ਗੁਰੂ ਦੇ ਬਾਣੀ ਨੂੰ ਪੜ੍ਹਨ ਦੀ ਬਜਾਏ ਇਹ ਦੂਸਰਿਆਂ ਕਰਮ ਕਾਂਡਾਂ ਪਿੱਛੇ, ਦੂਸਰਿਆਂ ਰਸਾਂ ਕਸਾਂ ਪਿੱਛੇ ਫਸ ਗਈ, ਜਿਸ ਕਰਕੇ ਇਹ ਕਰਮ ਕੀਤਾ ਤੇ ਅਸੀਂ ਪਰਮੇਸ਼ਰ ਤੋਂ ਵਿਛੜ ਗਏ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਐ ਖਾਲਸਾ ਜੀ, ਜੋ ਵੀ ਤੁਸੀਂ ਕਰਮ ਕਰਨਾ ਹੈ ਉਹ ਤੁਸੀਂ ਧਰਮ ਦੇ ਅਨੁਸਾਰ ਕਰਨਾ ਹੈ। ਕਿਉਂਕਿ ਜਦੋਂ ਤੱਕ ਮਨੁੱਖ ਦੀ ਕਿਰਤ ਸੱਚੀ ਤੇ ਸੁੱਚੀ ਨਹੀਂ ਨਾ ਹੋਵੇਗੀ, ਉਦੋਂ ਤੱਕ ਮਨੁੱਖ ਦਾ ਜਿਹੜਾ ਮਨ ਹੈ ਗੁਰਮੁਖੋ, ਉਹ ਵੀ ਸੱਚਾ ਤੇ ਸੁੱਚਾ ਨਹੀਂ ਹੋ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਜਦੋਂ ਉਪਦੇਸ਼ ਦਿੱਤਾ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਪਹਿਲਾਂ ਇਹੀ ਬਚਨ ਕੀਤਾ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਕਿਉਂਕਿ ਜਦੋਂ ਤੱਕ ਗੁਰੂ ਪਿਆਰਿਓ ਮਨੁੱਖ ਕਿਰਤ ਕਰਦਾ ਹੈ ਤੇ ਉਹਦੇ ਅੰਦਰ ਫਿਰ ਨਾਮ ਜਪਣ ਦੀ ਭਾਵਨਾ ਆ ਜਾਂਦੀ ਹੈ। ਜਦੋਂ ਨਾਮ ਜਪਣ ਦੀ ਭਾਵਨਾ ਉਹਦੇ ਵਿੱਚ ਆ ਜਾਂਦੀ ਹੈ ਤੇ ਫਿਰ ਉਹ ਵੰਡ ਕੇ ਵੀ ਛਕਣ ਲੱਗ ਜਾਂਦਾ ਹੈ। ਸੋ ਜਿਹੜਾ ਬੰਦਾ ਪਰਾਏ ਦਾ ਹੱਕ ਖਾਂਦਾ ਹੈ, ਹੱਕ ਵੀ ਗੁਰਮੁਖੋ ਦੋ ਤਰ੍ਹਾਂ ਦਾ ਹੈ, ਇੱਕ ਜਾਇਜ਼ ਢੰਗ ਦੇ ਨਾਲ, ਇੱਕ ਨਾਜਾਇਜ਼ ਢੰਗ ਦੇ ਨਾਲ। ਅੱਜ ਕੱਲ ਅਸੀਂ ਦੇਖਦੇ ਹਾਂ ਕਿ ਕਿਰਤ ਕਰਨ ਵਾਲੇ ਤਾਂ ਕਿਰਤ ਕਰੀ ਜਾ ਰਹੇ ਨੇ, ਪਰ ਅਸੀਂ ਆਪਣੇ ਧਰਮ ਨੂੰ ਵੀ ਇੱਕ ਧੰਦਾ ਬਣਾ ਲਿਆ ਹੈ। ਕਿਉਂਕਿ ਮਹਾਰਾਜ ਨੇ ਕਿਹਾ ਸੀ ਕਿ ਕਿਰਤ ਧਰਮ ਦੀ ਕਰਨੀ ਹੈ। ਪਰ ਕਦੇ ਸਮਾਂ ਸੀ ਕਿ ਜਦੋਂ ਲੋਕ ਆਪਣੇ ਧੰਦੇ ਨੂੰ ਧਰਮ ਸਮਝਿਆ ਕਰਦੇ ਸੀ, ਪਰ ਅੱਜ ਸਮਾਂ ਐਸਾ ਆ ਚੁੱਕਿਆ ਹੈ ਕਿ ਧਰਮ ਨੂੰ ਹੀ ਧੰਦਾ ਬਣਾ ਲਿਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਦੇਖਿਆ ਸੰਸਾਰ ਦੇ ਉੱਪਰ, ਕਿਉਂਕਿ ਉਸ ਸਮੇਂ ਜਿਹੜੇ ਪੰਡਤਾਂ ਦੇ ਹਾਲਾਤ ਸੀ ਕਿ ਜੋ ਪੁੱਤਰੀ ਜਜਮਾਨ ਕੀ ਸਾ ਤੇਰੀ, ਇਹ ਧਨ ਖਾਧੇ ਤੇਰਾ ਜਨਮ ਗਿਆ। ਪੰਡਤ ਕੀ ਕਰਦੇ ਸੀ? ਕਿਰਤ ਕਰਨੀ ਭੁੱਲ ਚੁੱਕੇ ਸਨ। ਕੀ ਕਰਨਾ? ਕਿਸੇ ਦੀ ਧੀ ਭੈਣ ਦਾ ਵਿਆਹ ਹੋਣਾ ਤੇ ਉਹਨਾਂ ਨੇ ਕਹਿਣਾ ਅਸੀਂ ਇੰਨੇ ਪੈਸੇ ਲਵਾਂਗੇ ਤੇ ਫਿਰ ਉਹਦਾ ਵਿਆਹ ਕਰਾਂਗੇ। ਗੁਰਮੁਖੋ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅਸੀਂ ਇਤਿਹਾਸ ਨੂੰ ਵੀ ਪੜ੍ਹਦੇ ਹਾਂ ਤੇ ਮਹਾਰਾਜ ਜੀ ਵੀ ਵਾਰ-ਵਾਰ ਇਹ ਉਪਦੇਸ਼ ਦਿੰਦੇ ਨੇ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਜਿਹੜਾ ਮਨੁੱਖ ਘਾਲ ਕਮਾਈ ਕਰਦਾ, ਮਿਹਨਤ ਕਰਕੇ ਕਿਛ ਹੱਥੋਂ ਦੇ, ਭਾਵ ਉਹ ਦਾਨ ਪੁੰਨ ਦਾ ਵੀ ਕੰਮ ਕਰੇ ਤੇ ਉਹਦੀ ਜਿਹੜੀ ਕੀਤੀ ਹੋਈ ਕਿਰਤ ਹੈ ਗੁਰੂ ਪਿਆਰਿਓ, ਉਹ ਸਫਲੀ ਹੈ। ਭਾਈ ਗੁਰਦਾਸ ਜੀ ਨੂੰ ਜਦੋਂ ਪੜ੍ਹਦੇ ਆ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿਰਤ ਵਿਰਤ ਕਰ ਧਰਮ ਦੀ। ਕਿ ਇਹ ਮਨੁੱਖ, ਜੇ ਤੂੰ ਕੋਈ ਵੀ ਕੰਮ ਕਰਨਾ ਹੈ ਤੇ ਤੇਰੇ ਕੰਮ ਦੇ ਵਿੱਚ ਧਰਮ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਜੇ ਤੂੰ ਪਰਾਏ ਹੱਕ ਵਾਲੇ ਪਾਸੇ ਤੁਰ ਪਿਆ ਨਾ, ਤੇ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਕਿ ਪਰਾਏ ਦਾ ਹੱਕ ਖਾ ਲੈਣਾ ਮੁਸਲਮਾਨ ਵਾਸਤੇ ਸੂਰ ਦੇ ਬਰਾਬਰ ਹੈ ਤੇ ਹਿੰਦੂ ਵੀਰ ਵਾਸਤੇ ਉਹ ਗਾਂ ਖਾਣ ਦੇ, ਗਾਂ ਦਾ ਮਾਸ ਖਾਣ ਦੇ ਬਰਾਬਰ ਹੈ ਗੁਰਮੁਖੋ। ਸੋ ਨਜਾਇਜ਼ ਤੌਰ ਤੇ ਆਪਾਂ ਇਹ ਦੇਖਦੇ ਹਾਂ ਕਿ ਜਿਹੜੇ ਬੰਦੇ ਕਿਸੇ ਦਾ ਨਜਾਇਜ਼ ਖਾ ਲੈਂਦੇ ਨੇ ਨਾ, ਉਹਨਾਂ ਨੇ ਅੱਜ ਕਰੋੜਾਂ ਦੇ ਬੰਗਲੇ ਤਾਂ ਬਣਾ ਲਏ ਨੇ, ਕਰੋੜਾਂ ਦੀਆਂ ਗੱਡੀਆਂ ਤਾਂ ਲੈ ਲਈਆਂ ਨੇ, ਪਰ ਮਾਫ ਕਰਨਾ, ਜਿਹੜਾ ਇੱਕ ਮਨੁੱਖ ਕਿਰਤ ਵਿਰਤ ਕਰਕੇ ਜ਼ਮੀਨ ਤੇ ਸੌਂ ਕੇ ਸੁੱਖ ਲੈ ਰਿਹਾ ਨਾ, ਉਹਨਾਂ ਨੂੰ ਕਰੋੜਾਂ ਦੇ ਬੰਗਲਿਆਂ ਵਿੱਚ ਰਹਿ ਕੇ ਵੀ ਉਹ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ
ਇਹ ਕਿਰਤ ਦੀ ਗੱਲ ਇਸ ਕਰਕੇ ਕੀਤੀ ਕਿਉਂਕਿ ਜਦੋਂ ਤੱਕ ਸੰਸਾਰ ਦੇ ਵਿੱਚ ਵਿਹਲੇ ਲੋਕ ਉਪਦੇਸ਼ ਕਰਨਗੇ ਨਾ, ਉਹ ਕਿਸੇ ਦਾ ਅਧਿਆਤਮਿਕ ਤੌਰ ਤੇ ਕੁਝ ਨਹੀਂ ਸਵਾਰ ਸਕਦੇ। ਕਿਉਂਕਿ ਜਦੋਂ ਤੱਕ ਮਨੁੱਖ ਆਪ ਕਿਰਤ ਨਹੀਂ ਕਰਦਾ, ਉਹ ਕਿਸੇ ਨੂੰ ਕਿਰਤ ਕਰਨ ਦਾ ਉਪਦੇਸ਼ ਦੇਵੇਗਾ ਨਾ, ਤੇ ਉਹਦੇ ਉੱਪਰ ਉਹਦਾ ਕੋਈ ਅਸਰ ਨਹੀਂ ਹੋਵੇਗਾ। ਸੋ ਜੇਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਕਿਹਾ ਕਿ ਖਾਲਸਾ ਜੀ ਕਿਰਤ ਕਰੋ, ਤੇ ਧਿਆਨ ਦੇਣਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪ ਖੇਤੀ ਕੀਤੀ ਹੈ। ਫਿਰ ਕਿਸੇ ਨੂੰ ਉਪਦੇਸ਼ ਦਿੱਤਾ ਕਿ ਆਪ ਜੀ ਨੇ ਕਿਰਤ ਕਰਨੀ ਹੈ। ਸੋ ਕਈ ਵਾਰ ਆਮ ਤੌਰ ਤੇ ਇਹ ਸਵਾਲ ਕਰ ਲੈਂਦੇ ਨੇ ਕਿ ਭਾਈ ਸਾਡੇ ਕੋਲ ਤਾਂ ਕਿਰਤੀ ਕੀ ਬਾਣੀ ਪੜ੍ਹਨੀ ਹੈ ਜਾਂ ਕੀਰਤਨ ਕਰਨਾ ਜਾਂ ਕਥਾ ਕਰਨੀ ਹੈ। ਧਿਆਨ ਦੇਣਾ ਜ਼ਰੂਰੀ, ਕਿਉਂਕਿ ਜੋ ਮਾਇਆ ਹੈ ਇਹ ਮਾਇਆ ਸਾਧਨ ਹੈ, ਮਾਇਆ ਇੱਕ ਲਕਸ਼ ਨਹੀਂ ਹੈ। ਪਰ ਅਸੀਂ ਕੀ ਕੀਤਾ ਕਿ ਅਸੀਂ ਇਸ ਸਰੀਰ ਨੂੰ ਸਾਧਨ ਬਣਾ ਕੇ ਮਾਇਆ ਨੂੰ ਗੁਰਮੁਖੋ ਲਕਸ਼ ਬਣਾ ਲਿਆ ਹੈ। ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਦੀਵਾਨਾਂ ਦੇ ਉੱਪਰ ਵੀ ਕਈ ਵਾਰ ਕਿਸੇ ਪ੍ਰਚਾਰਕ ਨੂੰ ਬੁਲਾਇਆ ਜਾਵੇ ਤੇ ਉਹ ਪ੍ਰਚਾਰਕ ਵੀਰ ਕਹਿੰਦਾ ਕਿ ਮੈਂ ਤਾਂ 51,000 ਰੁਪਈਆ ਮੈਂ ਕੀਰਤਨ ਦਾ ਲਵਾਂਗਾ ਤੇ ਮੈਂ ਫਿਰ ਸਟੇਜ ਦੇ ਉੱਪਰ ਆਵਾਂਗਾ। ਸੋ ਧਿਆਨ ਦੇਣਾ ਗੁਰੂ ਪਿਆਰਿਓ, ਜੋ ਇਤਨਾ ਪੈਸਾ ਲੈਣਾ ਹੈ ਇਹ ਇੱਕ ਨਜਾਇਜ਼ ਹੱਕ ਹੈ। ਕਈ ਵਾਰ ਆਮ ਤੌਰ ਤੇ ਆਪਾਂ ਇਹ ਦੇਖਦੇ ਹਾਂ ਕਿ ਜਦੋਂ ਕਿਸੇ ਨੂੰ ਕਹੀਏ ਭਾਈ ਤੂੰ ਨਾਮ ਜਪ ਲੈ, ਉਹ ਕਹਿੰਦੇ ਨੇ ਕਿ ਇਹ ਤਾਂ ਕਿਰਤ ਵਿਰਤ ਕਰਨ ਦਾ ਸਮਾਂ ਹੈ, ਨਾਮ ਤਾਂ ਅਸੀਂ ਬੁੱਢੇ ਹੋ ਕੇ ਵੀ ਜਪ ਲਵਾਂਗੇ, ਕੰਮ ਕਰਨ ਦਾ ਸਮਾਂ ਹੈ। ਪਰ ਧਿਆਨ ਦੇਣਾ ਗੁਰੂ ਪਿਆਰਿਓ, ਜੇਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਵੇਖੀਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਵਾਨੀ ਦਾ ਸਾਰਾ ਸਮਾਂ ਆਪਣਾ ਪ੍ਰਚਾਰ ਵਿੱਚ ਲਾਇਆ, ਜਵਾਨੀ ਦਾ ਸਾਰਾ ਸਮਾਂ ਸਤਿਗੁਰਾਂ ਨੇ ਉਦਾਸੀਆਂ ਵਿੱਚ ਲਾਇਆ ਤੇ ਅਖੀਰ ਨੂੰ ਬੁਢੇਪੇ ਦੇ ਵਿੱਚ ਆ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਖੇਤੀ ਕੀਤੀ ਹੈ। ਗੁਰਮੁਖੋ ਕਿਰਤ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ੋਰ ਇਸ ਕਰਕੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਕਰਕੇ ਕਿਰਤ ਉੱਪਰ ਜ਼ੋਰ ਦਿੱਤਾ ਕਿ ਕਿਰਤ ਦੇ ਉੱਪਰ ਹੀ ਸਿੱਖ ਦਾ ਜੋ ਜੀਵਨ ਹੈ ਉਹ ਖੜਿਆ ਹੋਇਆ ਹੈ। ਆਮ ਤੌਰ ਤੇ ਅਸੀਂ ਕਈ ਵਾਰ ਦੇਖਦੇ ਹਾਂ ਕਿ ਕਈ ਬੰਦੇ ਕੀ ਕਰਦੇ ਨੇ ਕਿ ਹਰਾਮ ਦੀ ਕਮਾਈ ਕਰਦੇ ਨੇ, ਠਗੀਆਂ ਮਾਰ-ਮਾਰ ਕੇ ਪੈਸਾ ਲਿਆਂਦੇ ਨੇ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤਦਾਰਾ ਫੈ ਆਨ ਲੁਟਾਵੈ। ਜਦੋਂ ਉਹ ਇਦਾਂ ਦੇ ਕਰਮ ਕਰਕੇ ਮਾਇਆ ਲੈ ਕੇ ਆਉਂਦੇ ਨੇ, ਪੈਸਾ ਲੈ ਕੇ ਆਉਂਦੇ ਨੇ, ਤੇ ਫਿਰ ਇੱਕ ਵਾਰ ਇਸੇ ਤਰ੍ਹਾਂ ਨਾਲ ਕਿਸੇ ਨੇ ਮਾਇਆ ਇਕੱਤਰ ਕੀਤੀ ਚੋਰੀ ਦੀ ਤੇ ਉਹਦੇ ਮਨ ਵਿੱਚ ਫੁਰਨਾ ਆ ਗਿਆ ਕਿ ਮੈਂ ਇਸ ਮਾਇਆ ਨੂੰ ਸਫਲਾ ਕਰ ਲਵਾਂ, ਮੈਂ ਇਸ ਮਾਇਆ ਨੂੰ ਲੇਖੇ ਵਿੱਚ ਲਾ ਲਵਾਂ। ਤੇ ਉਹਨੇ ਉਸ ਮਾਇਆ ਨੂੰ ਲੇਖੇ ਵਿੱਚ ਲਾਉਣ ਵਾਸਤੇ ਇੱਕ ਸਾਧੂਆਂ ਦੀ ਮੰਡਲੀ ਨੂੰ ਬੁਲਾਇਆ ਤੇ ਕਿਹਾ ਕਿ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਹੈ। ਜਦੋਂ ਸਾਰੇ ਸਾਧੂਆਂ ਨੂੰ ਬੁਲਾਇਆ ਗਿਆ, ਉਹਨੇ ਬੜੇ ਸੁੰਦਰ ਸੁੰਦਰ ਪਦਾਰਥ ਤਿਆਰ ਕੀਤੇ, ਉਹਨੇ ਸੋਨੇ ਦੇ ਭਾਂਡਿਆਂ ਦੇ ਵਿੱਚ ਪ੍ਰਸ਼ਾਦਾ ਉਹਨਾਂ ਸਾਧੂਆਂ ਨੂੰ ਛਕਾਇਆ। ਜਦੋਂ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਣ ਤੋਂ ਬਾਅਦ ਇੱਕ ਸਾਧੂ ਜਦੋਂ ਪ੍ਰਸ਼ਾਦਾ ਛਕ ਕੇ ਉਹਦੇ ਮਨ ਵਿੱਚ ਲਾਲਚ ਆ ਗਿਆ, ਉਹਦੇ ਮਨ ਵਿੱਚ ਪਾਪ ਆ ਗਿਆ ਕਿ ਮੈਂ ਇਹ ਜਿਹੜਾ ਸੋਨੇ ਦਾ ਬਰਤਨ ਹੈ ਆਪਣੇ ਨਾਲ ਲੈ ਜਾਵਾਂ, ਕਿਉਂਕਿ ਜਿਹਾ ਅੰਨ ਤੇਹਾ ਮਨ, ਗੁਰਬਾਣੀ ਦਾ ਬਚਨ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲਹਿ ਵਿਕਾਰ। ਜਦੋਂ ਉਹ ਸਾਧੂ ਉਸ ਭਾਂਡੇ ਨੂੰ ਆਪਣੇ ਨਾਲ ਲੈ ਆਇਆ, ਉਹ ਦੇਖਦਾ ਨਾ ਤਾਂ ਹੁਣ ਉਹਦਾ ਨਾਮ ਵਿੱਚ ਮਨ ਲੱਗ ਰਿਹਾ, ਨਾ ਸਿਮਰਨ ਵਿੱਚ ਮਨ ਲੱਗ ਰਿਹਾ, ਤੇ ਨਾ ਹੀ ਉਹਦਾ ਕਿਸੇ ਸਮਾਧੀ ਦੇ ਅੰਦਰ ਮਨ ਲੱਗ ਰਿਹਾ ਹੈ। ਗੁਰਮੁਖੋ ਉਸ ਤੋਂ ਬਾਅਦ ਉਹ ਸੋਚਦਾ ਕਿ ਕੀ ਖੇਡ ਵਾਪਰੀ ਹੈ। ਜਦੋਂ ਜਿਹੜਾ ਉਹਨੇ ਪਦਾਰਥ ਖਾਧਾ ਸੀ, ਭੋਜਨ ਖਾਧਾ ਸੀ, ਜਦੋਂ ਉਹ ਬਿਸ਼ਟਾ ਬਣ ਕੇ ਉਹਦੇ ਅੰਦਰੋਂ ਨਿਕਲ ਗਿਆ, ਉਹਨੂੰ ਥੋੜੀ ਜੀ ਸੋਝੀ ਆਈ ਕਿ ਮੈਂ ਇਦਾਂ ਦੀ ਖੇਡ ਮੇਰੇ ਨਾਲ ਵਰਤ ਗਈ ਹੈ। ਸੋ ਧਿਆਨ ਦੇਣਾ, ਉਹ ਫਿਰ ਉਹ ਕਟੋਰੇ ਨੂੰ ਲੈ ਕੇ ਆਪਣੇ ਸਾਧੂਆਂ ਦੇ ਕੋਲ ਗਿਆ। ਜਦੋਂ ਉਹ ਸਾਧੂਆਂ ਮਹਾਤਮਾ ਦੇ ਕੋਲ ਜਾ ਕੇ ਬੈਠਾ ਤੇ ਉਹਨੇ ਸਾਧੂਆਂ ਨੂੰ ਜਾ ਕਰਕੇ ਇਹ ਸਵਾਲ ਕੀਤਾ ਕਿ ਐ ਮਹਾਤਮਾ ਜੀ, ਚੋਰੀ ਕਰਨਾ ਪਾਪ ਹੈ ਕਿ ਨਹੀਂ? ਤੇ ਉਹਨਾਂ ਨੇ ਕਿਹਾ ਭਾਈ ਚੋਰੀ ਕਰਨਾ ਤੇ ਬੜਾ ਵੱਡਾ ਪਾਪ ਹੈ। ਪਰ ਅਗਲਾ ਸਵਾਲ ਕਰਦਾ ਹੈ ਕਿ ਚੋਰੀ ਕਰਕੇ ਜੇਕਰ ਕੋਈ ਮੰਨ ਜਾਵੇ ਤਾਂ ਫਿਰ ਉਹਨੂੰ ਮਾਫ ਕਰ ਦਿੱਤਾ ਜਾਂਦਾ? ਕਹਿੰਦੇ ਹਾਂ, ਜੇਕਰ ਕੋਈ ਚੋਰੀ ਕਰਕੇ ਮੰਨ ਜਾਂਦਾ ਹੈ ਤੇ ਉਸ ਮਨੁੱਖ ਨੂੰ ਮਾਫ ਕਰ ਦਿੱਤਾ ਜਾਂਦਾ, ਉਹ ਫਿਰ ਪਾਪੀ ਨਹੀਂ ਕਹਾਉਂਦਾ। ਉਹਨੇ ਉਸੇ ਵੇਲੇ ਆਪਣੇ
ਆਪਣੇ ਝੋਲੇ ਦੇ ਵਿੱਚੋਂ ਉਹਨੇ ਉਹ ਕਟੋਰਾ ਕੱਢ ਕੇ ਰੱਖ ਦਿੱਤਾ ਕਿ ਆਹ ਕਟੋਰਾ ਜਿੱਥੇ ਮੈਂ ਪ੍ਰਸ਼ਾਦਾ ਛਕਣ ਗਿਆ ਸੀ ਮੈਂ ਉੱਥੋਂ ਚੱਕ ਲਿਆਂਦਾ। ਹੁਣ ਜਿਹੜੇ ਮਹਾਤਮਾ ਸੀ ਉਹ ਦੂਰ ਦ੍ਰਿਸ਼ਟੀ ਵਾਲੇ ਸੀ, ਉਹਨਾਂ ਨੇ ਸੋਚਿਆ ਕਿ ਇਹ ਤਾਂ ਨਾਮ ਬਾਣੀ ਵਾਲਾ ਹੈ, ਸਿਮਰਨ ਭਜਨ ਵਾਲਾ ਹੈ, ਫਿਰ ਇਸ ਮਨੁੱਖ ਨੇ ਐਸੀ ਖੇਡ ਕਿਉਂ ਵਰਤਾ ਦਿੱਤੀ। ਸੋ ਧਿਆਨ ਦੇਣਾ, ਉਸ ਸ਼ਾਹੂਕਾਰ ਨੂੰ ਬੁਲਾਇਆ ਗਿਆ। ਸ਼ਾਹੂਕਾਰ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਭਾਈ ਸੱਚੋ ਸੱਚ ਦੱਸੀ ਕਿ ਜਿਹੜਾ ਤੂੰ ਪ੍ਰਸ਼ਾਦਾ ਇਹਨਾਂ ਸਾਧੂਆਂ ਨੂੰ ਛਕਾਇਆ ਸੀ ਉਹ ਮਾਇਆ ਕੈਸੀ ਸੀ। ਉਹਨੇ ਕਿਹਾ ਕਿ ਮਹਾਂਪੁਰਖੋ ਮੈਂ ਝੂਠ ਨਹੀਂ ਬੋਲਦਾ, ਉਹ ਜਿਹੜਾ ਧਨ ਮੈਂ ਲੈ ਕੇ ਆਇਆ ਸੀ ਉਹ ਧਨ ਸਾਰਾ ਚੋਰੀ ਦਾ ਸੀ, ਉਹ ਠੱਗੀ ਠੋਰੀ ਦੀ ਕਮਾਈ ਸੀ, ਤੇ ਮੈਂ ਸੋਚਿਆ ਕਿ ਇਸ ਕਮਾਈ ਨੂੰ, ਇਸ ਪੈਸੇ ਚੋਂ ਥੋੜਾ ਦਾਨ ਮੈਂ ਮਹਾਂਪੁਰਖਾਂ ਸਾਧੂਆਂ ਨੂੰ ਖਵਾ ਕੇ ਮੈਂ ਸਫਲਾ ਕਰ ਲਵਾਂ। ਗੁਰਮੁਖੋ, ਕਿਉਂਕਿ ਜਿਹਾ ਅੰਨ ਤੇਹਾ ਮਨ। ਇੱਕ ਬੇਨਤੀ ਪ੍ਰਵਾਨ ਕਰਿਓ, ਸਭ ਨੂੰ ਪਤਾ ਹੈ ਕਿ ਸਾਡੀ ਕਮਾਈ ਕੈਸੀ ਹੈ। ਹਰੇਕ ਮਨੁੱਖ ਜਾਣਦਾ ਹੈ ਕਿ ਮੈਂ ਚੋਰੀ ਦਾ ਪੈਸਾ ਘਰ ਲੈ ਕੇ ਆ ਰਿਹਾ, ਕਿ ਮੈਂ ਮਿਹਨਤ ਦਾ ਪੈਸਾ ਘਰ ਲੈ ਕੇ ਆ ਰਿਹਾ। ਜਿਹੜੇ ਮਨੁੱਖ ਚੋਰੀ ਕਰਕੇ, ਠੱਗੀਆਂ ਕਰਕੇ ਪੈਸਾ ਆਪਣੇ ਘਰਾਂ ਵਿੱਚ ਲੈ ਕੇ ਆਉਂਦੇ ਨੇ ਨਾ, ਉਹਨਾਂ ਸੱਜਣਾ ਦੇ ਚਰਨਾਂ 'ਚ ਇਹ ਬੇਨਤੀ ਹੈ ਕਿ ਉਹ ਕਿਸੇ ਨੂੰ ਪ੍ਰਸ਼ਾਦਾ ਨਾ ਛਕਾਣ, ਕਿਉਂਕਿ ਆਪਣਾ ਤਾਂ ਉਹ ਜੀਵਨ ਵਿਅਰਥ ਗਵਾਉਣਗੇ ਹੀ ਗਵਾਉਣਗੇ। ਆਪਣਾ ਤਾਂ ਜੀਵਨ ਉਹਨਾਂ ਦਾ ਖੱਜਲ ਹੋਵੇਗਾ ਹੀ ਹੋਵੇਗਾ। ਜਿਹੜਾ ਉਸ ਪ੍ਰਸ਼ਾਦੇ ਨੂੰ ਗੁਰਮੁਖੋ ਛਕੇਗਾ ਉਹਦਾ ਜੀਵਨ ਵੀ ਖਤਮ ਹੋ ਜਾਵੇਗਾ, ਉਹਦਾ ਜੀਵਨ ਵੀ ਸਮਾਪਤ ਹੋ ਜਾਵੇਗਾ। ਕਿਉਂਕਿ ਕਿਰਤ ਵਿਰਤ ਕਰਨ ਵਾਲੇ ਬੰਦੇ ਦੇ ਘਰ ਦਾ ਜੇਕਰ ਕੋਈ ਪ੍ਰਸ਼ਾਦਾ ਛਕ ਲੈਂਦਾ ਨਾ ਗੁਰਮੁਖੋ, ਤੇ ਉਹ ਕਿਰਤ ਵਿਰਤ ਕਰਨ ਵਾਲੇ ਬੰਦੇ ਦਾ ਪ੍ਰਸ਼ਾਦਾ ਮਨੁੱਖ ਨੂੰ ਬ੍ਰਹਮ ਗਿਆਨ ਦੀ ਦਾਤ ਵੀ ਪ੍ਰਾਪਤ ਕਰਵਾ ਦਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਗੁਰੂ ਪਿਆਰੋ ਸਤਿਗੁਰੂ ਪਾਤਸ਼ਾਹ ਮਰਦਾਨੇ ਦੇ ਨਾਲ ਵਿਚਰਦੇ ਪਏ ਨੇ, ਮਰਦਾਨੇ ਨੂੰ ਭੁੱਖ ਲੱਗੀ ਹੈ। ਮਰਦਾਨਾ ਕਹਿੰਦਾ ਮਹਾਰਾਜ ਇਹ ਖੇਤਾਂ ਦੇ ਵਿੱਚ ਛੋਲਿਆਂ ਦੀ ਫਸਲ ਬੜੀ ਸੋਹਣੀ ਹੈ, ਇਹ ਹੋਲਾ ਤੋੜ ਕੇ ਹੋਲਾ ਕਰ ਲਵਾਂ। ਜਦੋਂ ਮਰਦਾਨੇ ਨੇ ਇਹ ਗੱਲ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਇੱਕ ਗੱਲ ਦੱਸ ਕਿ ਇਹ ਜਿਹੜਾ ਖੇਤ ਹੈ ਇਹ ਤੇਰਾ ਹੈ? ਕਹਿੰਦਾ ਨਹੀਂ ਮਹਾਰਾਜ ਜੀ ਮੇਰਾ ਨਹੀਂ ਹੈ। ਇਸ ਖੇਤ ਦੇ ਵਿੱਚ ਬੀਜ ਤੂੰ ਬੀਜਿਆ ਹੈ? ਨਹੀਂ ਮਹਾਰਾਜ ਮੈਂ ਬੀਜ ਵੀ ਨਹੀਂ ਬੀਜਿਆ। ਤੂੰ ਰਾਖੀ ਕੀਤੀ? ਨਹੀਂ ਮੈਂ ਰਾਖੀ ਵੀ ਨਹੀਂ ਕੀਤੀ। ਤੂੰ ਪਾਣੀ ਪਾ ਲਾਇਆ ਇਸ ਖੇਤ ਨੂੰ? ਨਹੀਂ ਮਹਾਰਾਜ ਜੀ ਮੈਂ ਪਾਣੀ ਵੀ ਨਹੀਂ ਲਾਇਆ। ਮਰਦਾਨਿਆ ਖੇਤ ਤੇਰਾ ਨਹੀਂ, ਮਰਦਾਨਿਆ ਇਸ ਖੇਤ ਵਿੱਚ ਤੂੰ ਵਾਹੀ ਨਹੀਂ ਕੀਤੀ, ਪਾਣੀ ਤੂੰ ਨਹੀਂ ਲਾਇਆ, ਬੀਜਿਆ ਤੂੰ ਨਹੀਂ, ਫਿਰ ਤੂੰ ਇਹ ਦੱਸ ਇਸ ਖੇਤ ਦੀ ਫਸਲ ਦੇ ਉੱਪਰ ਫਿਰ ਤੇਰਾ ਹੱਕ ਕਿਵੇਂ ਆ? ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਜੇਕਰ ਆਪਣੀ ਪਹਿਲੀ ਉਦਾਸੀ ਸ਼ੁਰੂ ਕੀਤੀ ਨਾ, ਤੇ ਉਹ ਭਾਈ ਲਾਲੋ ਜੀ ਕੀਰਤੀ ਸਿੱਖ ਦੇ ਘਰੋਂ ਸ਼ੁਰੂ ਕੀਤੀ। ਕਿ ਜੇਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀਆਂ ਉਦਾਸੀਆਂ ਸਮਾਪਤ ਕੀਤੀਆਂ ਤੇ ਉਹ ਵੀ ਜਾ ਕੇ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਉਹ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਆ ਕੇ ਸਮਾਪਤ ਕੀਤੀਆਂ। ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਉੱਥੇ ਵੇਖੀ ਕਿਰਤ ਦੀ ਖੇਡ। ਉਸ ਸਮੇਂ ਕੀ ਹੋਇਆ ਕਿ ਦੋ ਭਰਾ ਜਿਨ੍ਹਾਂ ਦਾ ਆਪਸ ਵਿੱਚ ਬੜਾ ਪ੍ਰੇਮ ਹੈ, ਸਤਿਗੁਰੂ ਪਾਤਸ਼ਾਹ ਦੂਰ ਟਿੱਬੇ ਤੇ ਬੈਠ ਕੇ ਮਰਦਾਨੇ ਦੇ ਨਾਲ ਇਹ ਖੇਡ ਵੇਖ ਰਹੇ ਨੇ। ਕਣਕ ਦੀ ਫਸਲ ਜਦੋਂ ਪੱਕ ਗਈ, ਕਣਕ ਵੱਢੀ ਗਈ, ਕਣਕ ਵੱਢ ਕੇ ਹੁਣ ਢੇਰ ਲੱਗਾ ਹੈ। ਜਦੋਂ ਉਸ ਢੇਰ ਦੋ ਢੇਰ ਲੱਗ ਗਏ ਤੇ ਜਿਹੜਾ ਛੋਟਾ ਭਰਾ ਸੀ ਉਹ ਵੱਡੇ ਭਰਾ ਨੂੰ ਕਹਿੰਦਾ ਭਰਾਵਾ ਤੂੰ ਐ ਕਰ ਘਰ ਜਾ ਕੇ ਪ੍ਰਸ਼ਾਦਾ ਲੈ ਕੇ ਆ, ਮੈਂ ਇਸ ਖੇਤ ਦੇ ਵਿੱਚ ਮੈਂ ਰਾਖੀ ਕਰਦਾ ਹਾਂ। ਜਦੋਂ ਉਹ ਵੱਡਾ ਭਰਾ ਘਰ ਪ੍ਰਸ਼ਾਦਾ ਲੈਣ ਵਾਸਤੇ ਆਇਆ ਤੇ ਛੋਟੇ ਭਰਾ ਨੇ ਜਿਹੜਾ ਦਾਣਿਆਂ ਦਾ ਢੇਰ ਉਹਦੇ ਵਾਸਤੇ ਲੱਗਾ ਹੋਇਆ ਸੀ, ਉਹਦੇ ਵਿੱਚੋਂ ਉਹਨੇ 10-15 ਪੀਪੇ ਕਣਕ ਦੇ ਭਰ ਕੇ ਵੱਡੇ ਭਰਾ ਦੀ ਢੇਰੀ ਵਿੱਚ ਪਾ ਦਿੱਤੇ। ਹੁਣ ਉਹਦਾ ਭਰਾ ਜਦੋਂ ਪ੍ਰਸ਼ਾਦਾ ਲੈ ਕੇ ਆਇਆ, ਪ੍ਰਸ਼ਾਦਾ ਛਕ ਲਿਆ, ਤੇ ਵੱਡੇ ਭਰਾ ਨੇ ਕਿਹਾ ਕਿ ਏਦਾਂ ਕਰ ਜਾ ਤੂੰ ਉੱਥੋਂ ਜਾ ਕੇ ਆ ਫਲਾਣੀ ਵਸਤੂ ਲੈ ਕੇ ਆ। ਤੇ ਉਸੇ ਜਦੋਂ ਉਹ ਵਸਤੂ ਲੈਣ ਗਿਆ ਤੇ ਧੰਨ ਉਸ ਦੇ ਭਰਾ ਨੇ ਆਪਣੇ ਕਣਕ ਦੇ ਵਿੱਚੋਂ 20-25 ਪੀਪੇ ਉਸ ਛੋਟੇ ਭਰਾ ਦੇ ਕਣਕ ਵਿੱਚ ਢੇਰੀ ਕਰ ਦਿੱਤੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸਾਰੇ ਕੌਤਕ ਨੂੰ, ਇਹ ਸਾਰੀ ਖੇਡ ਨੂੰ ਦੂਰੋਂ ਦੇਖ ਰਹੇ ਸਨ। ਮਹਾਰਾਜ ਉੱਥੇ ਪਹੁੰਚੇ। ਜਦੋਂ ਮਹਾਰਾਜ ਜੀ ਨੇ ਆ ਕੇ ਦੇਖਿਆ ਕਿ ਇਹ ਕੀ ਖੇਡ ਤੁਸੀਂ ਵਰਤਾਈ ਹੈ, ਤੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਮਹਾਰਾਜ ਜੀਓ
ਛੋਟਾ ਭਰਾ ਕਹਿੰਦਾ ਹੈ ਕਿ ਮਹਾਰਾਜ ਜੀ ਇਹ ਵੱਡਾ ਭਰਾ ਹੈ, ਇਹਦੇ ਜਵਾਕ ਜ਼ਿਆਦਾ ਨੇ, ਮੇਰੇ 2 ਬੱਚੇ ਨੇ, ਇਹਦੇ 5 ਬੱਚੇ ਨੇ, ਮੇਰਾ ਤੇ ਥੋੜੀ ਕਣਕ ਦੇ ਨਾਲ ਵੀ ਗੁਜ਼ਾਰਾ ਹੋ ਜਾਵੇਗਾ, ਪਰ ਇਹਦਾ ਇਸ ਕਣਕ ਨਾਲ ਗੁਜ਼ਾਰਾ ਨਹੀਂ ਸੀ ਹੋਣਾ। ਜਦੋਂ ਵੱਡੇ ਭਰਾ ਨੂੰ ਪੁੱਛਿਆ, ਉਹ ਕਹਿੰਦਾ ਮਹਾਰਾਜ ਜੀਓ ਇਹ ਵੱਡਾ ਭਰਾ, ਮੈਂ ਇਹਦਾ ਵੱਡਾ ਭਰਾ ਹਾਂ, ਇਹ ਮੇਰਾ ਛੋਟਾ ਭਰਾ ਹੈ, ਔਰ ਵੱਡੇ ਭਰਾ ਦਾ ਹੱਕ ਬਣਦਾ ਹੈ ਕਿ ਛੋਟੇ ਭਰਾ ਨੂੰ ਪਾਲੇ। ਛੋਟਾ ਭਰਾ ਵੀ ਬੱਚਿਆਂ ਵਾਂਗ ਹੁੰਦਾ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਖੇਡ ਵੇਖੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆ ਅੱਜ ਤੋਂ ਬਾਅਦ ਅਸੀਂ ਇੱਥੇ ਹੀ ਰਹਿਣਾ ਹੈ, ਕਿਉਂਕਿ ਇੱਥੇ ਧਰਮ ਹੈ, ਇੱਥੇ ਕਿਰਤ ਕਰਨ ਵਾਲੇ ਨੇ, ਔਰ ਜਿੱਥੇ ਕਿਰਤ ਹੈ ਉੱਥੇ ਹੀ ਧਰਮ ਹੋਇਆ ਕਰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਚੋਰੀ ਤੁਸੀਂ ਕੀਤੀ ਹੈ, ਪਰ ਇਸ ਚੋਰੀ ਦੀ ਲੋਕ ਪਰਲੋਕ ਦੇ ਵਿੱਚ ਜੈ ਜੈਕਾਰ ਹੋਇਆ ਕਰੇਗੀ। ਜਦੋਂ ਤੱਕ ਮਨੁੱਖ ਧਰਮ ਦੀ ਕਿਰਤ ਨਹੀਂ ਕਰੇਗਾ ਔਰ ਉਦੋਂ ਤੱਕ ਉਹਦੇ ਅੰਦਰ ਸੰਤੋਖ ਨਹੀਂ ਪੈਦਾ ਹੋ ਸਕਦਾ, ਕਿਉਂਕਿ ਬਾਣੀ ਦਾ ਬਚਨ ਹੈ ਬਿਨਾ ਸੰਤੋਖ ਨਹੀਂ ਕੋ ਰਾਜੈ। ਔਰ ਜਦੋਂ ਤੱਕ ਮਨੁੱਖ ਦੇ ਅੰਦਰ ਸੰਤੋਖ ਪੈਦਾ ਨਹੀਂ ਹੁੰਦਾ, ਮਨੁੱਖ ਦੀ ਤ੍ਰਿਸ਼ਨਾ ਨਹੀਂ ਮਿਟ ਸਕਦੀ। ਜਦੋਂ ਤੱਕ ਮਨੁੱਖ ਦੀ ਤ੍ਰਿਸ਼ਨਾ ਨਹੀਂ ਮਿਟਦੀ, ਉਦੋਂ ਤੱਕ ਮਨੁੱਖ ਦਾ ਜਿਹੜਾ ਮਨ ਹੈ ਉਹ ਟਿਕਾ ਵਿੱਚ ਨਹੀਂ ਰਹਿੰਦਾ, ਉਹ ਚੰਚਲ ਰਹਿੰਦਾ ਹੈ। ਔਰ ਜਦੋਂ ਉਹਦਾ ਮਨ ਟਿਕਾ ਵਿੱਚ ਨਹੀਂ ਰਹਿੰਦਾ, ਜਦੋਂ ਤੱਕ ਉਹਦਾ ਮਨ ਚੰਚਲ ਰਹਿੰਦਾ ਹੈ, ਉਹ ਮਨੁੱਖ ਦਾ ਮਨ ਬਾਣੀ ਦੇ ਨਾਲ ਨਹੀਂ ਜੁੜ ਸਕਦਾ ਗੁਰਮੁਖੋ। ਔਰ ਸੱਚਾਈ ਹੈ ਕਿ ਜਿਹੜਾ ਮਨੁੱਖ ਕਿਰਤ ਕਰਦਾ ਹੈ, ਨਾਮ ਵੀ ਉਹੀ ਜਪ ਸਕਦਾ ਹੈ। ਦਾਸ ਨੇ ਇਸ ਗੱਲ ਦਾ ਪ੍ਰਤੱਖ ਪ੍ਰੈਕਟੀਕਲ ਦੁਬਈ ਦੀ ਧਰਤੀ ਤੇ ਵੇਖਿਆ। ਜਦੋਂ ਉੱਥੇ ਦਾਸ ਕਥਾ ਕਰਨ ਵਾਸਤੇ ਗਿਆ, ਉੱਥੇ ਜਿਤਨੇ ਵੀ ਸੰਗਤ ਦੇ ਸਰੀਰ ਆਉਂਦੇ ਸੀ ਸਾਰੇ ਕਿਰਤ ਕਰਨ ਵਾਲੇ ਸੀ, ਨਾਮ ਜਪਣ ਵਾਲੇ ਸੀ, ਸਾਰੇ ਮਿਹਨਤ ਕਰਨ ਵਾਲੇ ਸੀ। ਜਦੋਂ ਉੱਥੇ ਕਥਾ ਕਰਿਆ ਕਰਨੀ, ਹਜ਼ਾਰਾਂ ਦਾ ਇਕੱਠ ਹੁੰਦਾ ਸੀ, ਪਰ ਉਸ ਹਜ਼ਾਰਾਂ ਦੇ ਇਕੱਠ ਵਿੱਚ ਪੱਤਾ ਡਿੱਗਣ ਦੀ ਆਵਾਜ਼ ਤਾਂ ਆ ਸਕਦੀ ਸੀ, ਪਰ ਕਿਸੇ ਮਨੁੱਖ ਦੀ ਆਵਾਜ਼ ਨਹੀਂ ਸੀ ਆਉਂਦੀ, ਕਿਉਂਕਿ ਉਹ ਕਿਰਤ ਕਰਦੇ ਸਨ। ਔਰ ਜਿਹੜਾ ਮਨੁੱਖ ਕਿਰਤ ਕਰਦਾ ਹੈ ਗੁਰਮੁਖੋ, ਧਰਮ ਦੇ ਨਾਲ ਵੀ ਉਹੀ ਜੁੜ ਸਕਦਾ ਹੈ। ਔਰ ਜਿਹੜਾ ਮਨੁੱਖ ਧਰਮ ਦੀ ਕਿਰਤ ਨਹੀਂ ਕਰਦਾ, ਹਰਾਮ ਦੀ ਕਮਾਈ ਉਹਦੇ ਘਰ ਵਿੱਚ ਆਉਂਦੀ ਹੈ ਨਾ, ਤੇ ਸਤ ਜਾਣਿਓ ਜੇਕਰ ਉਹ ਪਾਪਾਂ ਦਾ ਪੈਸਾ ਘਰ ਲੈ ਕੇ ਆਉਂਦਾ ਨਾ, ਤੇ ਉਹ ਪਾਪਾਂ ਦਾ ਪੈਸਾ ਆਪਣੇ ਉੱਪਰ ਤਾਂ ਉਹਦੇ ਨਿਕਲੇਗਾ, ਉਹਦੀ ਔਲਾਦ ਦੇ ਵਿੱਚੋਂ ਵੀ ਨਿਕਲਦਾ ਹੈ। ਆਮ ਤੌਰ ਤੇ ਅਸੀਂ ਦੇਖਦੇ ਹਾਂ, ਆਪਾਂ ਸਾਰੇ ਦੇਖਦੇ ਹਾਂ ਕਿ ਜਿਹੜੇ ਆਮ ਤੌਰ ਤੇ ਰਿਸ਼ਵਤਾਂ ਮਾਰ ਲੈਂਦੇ ਨੇ, ਠੱਗੀਆਂ ਮਾਰਦੇ ਨੇ, ਤੇ ਉਹਨਾਂ ਦਾ ਜਿਹੜਾ ਪੈਸਾ ਰਿਸ਼ਵਤਾਂ ਵਾਲਾ ਹੈ ਉਹ ਉਹਨਾਂ ਦੀ ਔਲਾਦ ਉੱਪਰ ਇਸ ਢੰਗ ਨਾਲ ਨਿਕਲਦਾ ਹੈ ਕਿ ਜਾਂ ਤਾਂ ਔਲਾਦ ਸ਼ਰਾਬਾਂ ਪੀਣ ਲੱਗ ਜਾਂਦੀ ਹੈ, ਜਾਂ ਫਿਰ ਉਹਦੀ ਔਲਾਦ ਡਰੱਗਸ ਕਰਨ ਲੱਗ ਜਾਂਦੀ ਹੈ, ਨਸ਼ੇ ਵਾਲੇ ਪੈਸੇ ਪੈ ਜਾਂਦੀ ਹੈ, ਤੇ ਜਾਂ ਘਰ ਦੇ ਵਿੱਚ ਕੋਈ ਨਾ ਕੋਈ ਐਸੀ ਬਿਮਾਰੀ ਘੇਰ ਲੈਂਦੀ ਹੈ ਕਿ ਉਹਦਾ ਜਿਹੜਾ ਸਾਰਾ ਪੈਸਾ ਹੈ ਉਹ ਇਹਨਾਂ ਕੰਮਾਂ ਵਾਲੇ ਪਾਸੇ ਹੀ ਲੱਗ ਜਾਂਦਾ ਹੈ। ਪਰ ਜੇਕਰ ਸੱਚਾਈ ਮੰਨੀਏ ਤੇ ਗੁਰਮੁਖੋ ਜਿਹੜੇ ਕਿਰਤ ਕਰਨ ਵਾਲੇ ਨੇ, ਉਹ ਜੇਕਰ ਕੋਈ 100 ਰੁਪਇਆ ਦਿਹਾੜੀ ਵੀ ਲੈ ਕੇ ਆਂਦਾ ਨਾ, ਉਹਦੇ ਅੰਦਰ ਵੀ ਸੰਤੋਖ ਹੈ, ਕਿਉਂਕਿ ਉਹ 10 ਨੋਆਂ ਦੀ ਕਿਰਤ ਕਰਕੇ ਲੈ ਕੇ ਆ ਰਿਹਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਹਿਲਾ ਸਿਧਾਂਤ ਇਹ ਬਖਸ਼ਿਆ ਕਿ ਖਾਲਸਾ ਜੀ ਆਪ ਜੀ ਨੇ ਕਿਰਤ ਕਰਨੀ ਹੈ, ਉਹ ਧਰਮ ਦੀ ਕਰਨੀ ਹੈ। ਧਰਮ ਨੂੰ ਕਿਰਤ ਦੇ ਨਾਲ ਜੋੜ ਕਰਕੇ ਚੱਲਣਾ ਹੈ, ਨਾ ਕਿ ਧਰਮ ਨੂੰ ਹੀ ਆਪਣੀ ਕਿਰਤ ਬਣਾ ਲੈਣੀ ਹੈ। ਇਹ ਪਹਿਲਾ ਉਪਦੇਸ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਣਾ ਕੀਤਾ।